ਵੈਲਕਮ ਬੈਕ ਡੀਅਰ ਸਟੂਡੈਂਟਸ। ਅੱਜ ਅਸੀਂ ਚੈਪਟਰ ਨੰਬਰ 2 ਕਰਾਂਗੇ ਜੋ ਕਿ ਇਨਵਾਇਰਨਮੈਂਟ ਸਟੱਡੀਜ਼ +1 ਦੇ ਸਿਲੇਬਸ ਦੇ ਵਿੱਚੋਂ ਹੈ। ਟੁਡੇਜ਼ ਆਵਰ ਚੈਪਟਰ ਨੇਮ ਇਜ਼ ਪੋਪੂਲੇਸ਼ਨ ਐਂਡ ਇਨਵਾਇਰਨਮੈਂਟ, ਯਾਨੀ ਬਸੋਂ ਤੇ ਵਾਤਾਵਰਨ, ਜਨਸੰਖਿਆ, ਆਬਾਦੀ ਜਿਹਨੂੰ ਕਹਿੰਦੇ ਆ। ਆਬਾਦੀ ਵਧਣ ਦੇ ਨਾਲ ਇਨਵਾਇਰਨਮੈਂਟ 'ਤੇ ਕੀ ਪ੍ਰਭਾਵ ਪੈਂਦਾ ਹੈ, ਵਾਟ ਇਜ਼ ਦ ਇੰਪੈਕਟ ਆਫ ਪੋਪੂਲੇਸ਼ਨ, ਇਹਦੇ ਬਾਰੇ ਅੱਜ ਡਿਟੇਲ 'ਚ ਕਰਾਂਗੇ। ਸੋ ਜੋ ਪੋਪੂਲੇਸ਼ਨ ਹੈ may be defined as group of similarly adapted interbreeding organism belonging to same species. However, with respect to environment, population is defined as organism or members of same species living and interacting in particular geographical area. ਜੇ ਗੱਲ ਕਰੀਏ ਪੋਪੂਲੇਸ਼ਨ ਦੀ, ਅਤੇ ਪੋਪੂਲੇਸ਼ਨ ਨੂੰ ਅਸੀਂ ਮੰਨਦੇ ਹਾਂ ਜਿਹੜੇ ਆਪਸ ਵਿੱਚ ਰੀਪਰੋਡਿਊਸ ਕਰਕੇ ਅੱਗੇ ਬੱਚੇ ਪੈਦਾ ਕਰ ਸਕਦੇ ਨੇ। ਇੱਕ ਤਰ੍ਹਾਂ ਦੇ ਜਾਨਵਰ ਜਾਂ ਪੌਦੇ ਹੁੰਦੇ ਨੇ, ਉਹਨੂੰ ਅਸੀਂ ਪੋਪੂਲੇਸ਼ਨ ਗਿਣਦੇ ਆ, ਇੱਕ ਪ੍ਰਜਾਤੀ ਦੇ ਜੀਵ। ਜੇ ਇਨਵਾਇਰਨਮੈਂਟ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਇਹਦੇ ਵਿੱਚ ਤੁਹਾਡੇ ਕੋਲੋਂ ਜੀਵ ਆਉਣਗੇ ਇੱਕ ਸਪੀਸੀਜ਼ ਦੇ ਜੋ ਇੱਕ ਦੂਸਰੇ ਨਾਲ ਇੰਟਰੈਕਟ ਕਰਦੇ ਕਿਸੇ ਪਰਟੀਕੂਲਰ ਏਰੀਆ ਦੇ ਵਿੱਚ। ਹੋਮੋ ਸੇਪੀਅਨਸ ਜਿੱਦਾਂ ਸਾਡਾ ਵਿਗਿਆਨਿਕ ਨਾਮ ਹੈ, highly evolved species, and in this chapter we shall deal with human population only. ਅਸੀਂ ਇਹਦੇ ਵਿੱਚ ਹਿਊਮਨ ਦੀ ਹੀ ਗੱਲ ਕਰਾਂਗੇ। ਹਿਊਮਨ ਹੀ ਸਭ ਤੋਂ ਜ਼ਿਆਦਾ ਇਨਵਾਇਰਨਮੈਂਟ ਨੂੰ ਇਫੈਕਟ ਕਰ ਰਿਹਾ, ਬਾਕੀ ਜੀਵ ਇਨਵਾਇਰਨਮੈਂਟ ਨੂੰ ਨਾਲ ਹੀ ਨਾ ਛੇੜਛਾੜ ਨਹੀਂ ਕਰਦੇ, ਤਾਂ ਇਸ ਲਈ ਇਸ ਚੈਪਟਰ ਦੇ ਵਿੱਚ ਹਿਊਮਨ ਦੇ ਬਾਰੇ ਕਰਾਂਗੇ। ਸੋ ਬਿਫੋਰ ਕੰਸੀਡਰਿੰਗ ਆਲ ਥੀਜ਼ ਐਸਪੈਕਟ, ਇਸ ਇਜ਼ ਅਸੈਂਸ਼ੀਅਲ ਟੂ ਨੋ ਸਮ ਕਾਮਨ ਟਰਮ ਯੂਜ਼ ਇਨ ਡੈਮੋਗ੍ਰਾਫੀ। ਡੈਮੋਗ੍ਰਾਫੀ ਮੀਨਸ ਸਟੱਡੀ ਆਫ ਪੋਪੂਲੇਸ਼ਨ। ਪੋਪੂਲੇਸ਼ਨ ਦੀ ਸਟੱਡੀ ਕਰਨਾ, ਉਹਨੂੰ ਅਸੀਂ ਡੈਮੋਗ੍ਰਾਫੀ ਕਹਿੰਦੇ ਹਾਂ। ਸੋ ਇਹਦੇ ਵਿੱਚ ਸਾਡੇ ਕੋਲ ਕਿਹੜੇ ਆਸਪੈਕਟਸ ਆਉਂਦੇ ਆ, ਯੂ ਕੈਨ ਸੀ ਇਨ ਦਿਸ ਫਲੋ ਚਾਰਟ। ਸਭ ਤੋਂ ਪਹਿਲੇ ਪੋਪੂਲੇਸ਼ਨ ਦੋ ਤਰੀਕੇ ਨਾਲ, ਜਾਂ ਤਾਂ ਪੋਪੂਲੇਸ਼ਨ ਵੱਧਦੀ ਹੈ ਜਾਂ ਘਟਦੀ ਹੈ, ਲੋਕਾਂ ਦੀ ਗਿਣਤੀ ਘਟੀ ਜਾਂ ਵਧੀ ਹੈ। ਗਿਣਤੀ ਕਿੱਦਾਂ ਵਧੇਗੀ? ਬਰਥ ਨਾਲ ਅਤੇ ਇਮੀਗ੍ਰੇਸ਼ਨ ਨਾਲ, ਜਨਮ ਨਾਲ, ਅਤੇ ਜਦੋਂ ਲੋਕ ਬਾਹਰੋਂ ਆ ਜਾਂਦੇ, ਜਦੋਂ ਬਾਹਰੋਂ ਆ ਕੇ ਕਿਸੇ ਜਗ੍ਹਾ 'ਤੇ ਰਹਿਣ ਲੱਗ ਪੈਂਦੇ ਆ। ਜਿੱਦਾਂ ਤੁਹਾਡੇ ਪਿੰਡ ਦੇ ਵਿੱਚ ਕੋਈ ਬਾਹਰੋਂ ਬੰਦਾ ਆ ਕੇ ਰਹਿਣ ਲੱਗ ਪਵੇ ਤਾਂ ਉਹਦੇ ਵਿੱਚ ਇੱਕ ਮੈਂਬਰ ਵੱਧ ਗਿਆ, ਸੋ ਇਹਨੂੰ ਕਹਿੰਦੇ ਇਮੀਗ੍ਰੇਸ਼ਨ। ਦੂਸਰਾ ਹੈ ਘਟਨਾ। ਘਟਦੀ ਕਿੱਦਾਂ ਹੈ? ਜਦੋਂ ਕਿਸੇ ਡੈਥ ਹੋ ਜਾਂਦੀ ਹੈ ਜਾਂ ਇਮੀਗ੍ਰੇਟ ਕਰ ਜਾਂਦਾ, ਜਾਂ ਪਿੰਡ ਨੂੰ ਛੱਡ ਕੇ ਕਿਸੇ ਹੋਰ ਜਗ੍ਹਾ 'ਤੇ ਬਾਹਰ ਚਲਾ ਜਾਂਦਾ, ਜਾਂ ਕਿਸੇ ਹੋਰ ਜਗ੍ਹਾ ਰਹਿਣਾ ਸ਼ੁਰੂ ਕਰ ਦਿੰਦਾ, ਡੈਟ ਇਜ਼ ਕਾਲਡ ਦਾ ਲੋਸ। ਫਿਰ ਘਟਦੀ ਹੈ। ਸੋ ਇਹ ਸਾਰੇ ਪ੍ਰਭਾਵ ਕਰਦੇ ਆ। ਨੈਕਸਟ ਇਜ਼ ਦਾ ਪੋਪੂਲੇਸ਼ਨ ਡੈਂਸਿਟੀ। ਡੈਂਸਿਟੀ ਨੂੰ ਅਸੀਂ ਕਹਿੰਦੇ ਹਾਂ ਘਣਤਾ। ਕਿੰਨੀ ਸੰਘਣੀ ਪੋਪੂਲੇਸ਼ਨ ਹੈ, ਏਰੀਆ ਦੇ ਹਿਸਾਬ ਦੇ ਨਾਲ ਕਿੰਨੇ ਲੋਕ ਨੇ, ਉਹਨੂੰ ਅਸੀਂ ਡੈਂਸਿਟੀ ਕਹਿੰਦੇ ਆ। ਨੰਬਰ ਆਫ ਪੀਪਲ ਜਿਹੜੇ ਇਨ ਪਰਟੀਕੂਲਰ ਸਪੇਸ, ਕਿਸੇ ਏਰੀਆ ਦੇ ਵਿੱਚ ਅਸੀਂ ਸਕੁਏਅਰ ਕਿਲੋਮੀਟਰ ਲੈਂਦੇ ਹਾਂ, 1 ਕਿਲੋਮੀਟਰ ਸਕੁਏਅਰ ਕੇ ਏਰੀਏ 'ਚ ਕਿੰਨੇ ਲੋਕ ਰਹਿ ਰਹੇ ਆ, ਉਹਨੂੰ ਪੋਪੂਲੇਸ਼ਨ ਡੈਂਸਿਟੀ ਕਹਿੰਦੇ ਆ। ਬਰਥ ਰੇਟ, ਇੱਕ ਸਾਲ ਦੇ ਵਿੱਚ ਕਿੰਨੇ ਪਿਛਲੇ ਸਾਲ ਦੇ ਨਾਲੋਂ ਕਿੰਨੇ ਬੱਚੇ ਪੈਦਾ ਹੋਏ, ਕਿੰਨੇ ਜਨਮ ਹੋਏ, ਉਹਨੂੰ ਅਸੀਂ ਬਰਥ ਰੇਟ ਜਾਂ ਨੈਟੈਲਿਟੀ ਰੇਟ ਕਹਿੰਦੇ ਆ। ਅੱਗੇ ਆਉਂਦਾ ਡੈਥ ਰੇਟ, ਇਹ ਉਹਦੇ ਉਲਟ ਹੈ। ਇੱਕ ਸਾਲ ਦੇ ਵਿੱਚ ਪਿਛਲੇ ਸਾਲ ਦੇ ਨਾਲੋਂ ਕਿੰਨੇ ਲੋਕ ਮਰੇ, ਯਾਨੀ ਲੋਕ ਜੇ ਜੰਮਦੇ ਹਨ ਅਤੇ ਮਰਦੇ ਵੀ ਹਨ। ਨਾਰਮਲੀ 1 ਸੈਕਿੰਡ ਦੇ ਵਿੱਚ ਵਰਲਡ ਦੇ ਵਿੱਚ 8 ਬੱਚੇ ਪੈਦਾ ਹੋ ਜਾਂਦੇ ਆ। 1 ਸੈਕਿੰਡ ਦੇ ਵਿੱਚ ਮੇਰੇ ਬੋਲਦੇ ਕਿੰਨੇ ਬੱਚੇ ਪੈਦਾ ਹੋ ਗਏ। ਸੋ ਰੇਟ ਵੱਧ ਰਿਹਾ, ਕਾਫੀ ਪੋਪੂਲੇਸ਼ਨ ਵੱਧ ਰਹੀ ਹੈ। ਤਾਂ ਜੰਮਣ ਦੇ ਨਾਲ ਡੈਥ ਵੀ ਹੁੰਦੀ ਹੈ, ਅਤੇ 1 ਸਾਲ ਦੇ ਵਿੱਚ ਕਿੰਨੀ ਡੈਥ ਹੋ ਗਈ, ਉਹਨੂੰ ਅਸੀਂ ਡੈਥ ਰੇਟ ਜਾਂ ਮੋਰਟੈਲਿਟੀ ਰੇਟ ਵੀ ਕਹਿੰਦੇ ਆ। ਮਾਈਗ੍ਰੇਸ਼ਨ, ਇਟ ਇਜ਼ ਦ ਮੂਵਮੈਂਟ ਆਫ ਪੀਪਲ ਟੂ ਨਿਊ ਪਲੇਸਿਸ ਆਈਦਰ ਵਿਦਿਨ ਸੇਮ ਕੰਟਰੀ ਔਰ ਅਨਦਰ। ਜਾਂ ਤਾਂ ਅਸੀਂ ਆਪਣੇ ਦੇਸ਼ ਦੇ ਵਿੱਚ ਘੁੰਮਦੇ ਹਾਂ, ਜਿੱਦਾਂ ਪੰਜਾਬ ਛੱਡ ਕੇ ਅਸੀਂ ਚਲੇ ਗਏ ਹਿਮਾਚਲ ਚਲੇ ਗਏ, ਦਿੱਲੀ ਚਲੇ ਗਏ, ਬੰਬੇ ਚਲੇ ਗਏ, ਇਲਾਹਾਬਾਦ ਚਲੇ ਗਏ। ਸੋ ਉਹਨੂੰ ਕਹਿੰਦੇ ਇੰਟਰਨਲ, ਆਪਣੇ ਦੇਸ਼ 'ਚ ਰਹੇ, ਇੰਟਰਨਲ ਇਮੀਗ੍ਰੇਸ਼ਨ, ਮਾਈਗ੍ਰੇਸ਼ਨ। ਜੇ ਅਸੀਂ ਕਿਸੇ ਹੋਰ ਦੇਸ਼ 'ਚ ਚਲੇ ਗਏ, ਡੈਟ ਇਜ਼ ਐਕਸਟਰਨਲ। ਸੋ ਦੋ ਤਰੀਕੇ ਨਾਲ ਮਾਈਗ੍ਰੇਟ ਕਰਦਾ। ਏਜ ਸਟਰਕਚਰ, ਕਿੰਨੀ ਏਜ ਹੈ ਪੋਪੂਲੇਸ਼ਨ ਦੀ? 3 ਤਰ੍ਹਾਂ ਦੀ ਏਜ ਹੁੰਦੀ ਹੈ, ਪ੍ਰੀ ਰਿਪਰੋਡਕਟਿਵ, ਰਿਪਰੋਡਕਟਿਵ ਅਤੇ ਪੋਸਟ ਰਿਪਰੋਡਕਟਿਵ। ਜਿਹੜਾ ਪ੍ਰੀ ਰਿਪਰੋਡਕਟਿਵ ਹੈ, ਜਦੋਂ ਸਾਡੇ ਜਨਨ ਅੰਗ ਨਹੀਂ ਬਣੇ ਹੁੰਦੇ, ਜਦੋਂ ਸਾਡੇ ਜਨਨ ਅੰਗ ਬਣ ਜਾਂਦੇ ਉਹਨੂੰ ਕਹਿੰਦੇ ਰਿਪਰੋਡਕਟਿਵ। ਫਿਰ ਸਾਡਾ ਵਿਆਹ ਕੀ ਕਰ ਦਿੱਤਾ ਜਾਂਦਾ, ਉਹਦੇ ਬਾਅਦ ਜਦੋਂ ਬੰਦਾ ਬੁੱਢਾ ਹੋ ਜਾਂਦਾ ਉਹਨੂੰ ਕਹਿੰਦੇ ਪੋਸਟ ਰਿਪਰੋਡਕਟਿਵ। 3 ਤਰ੍ਹਾਂ ਦੀ ਉਮਰ ਹੁੰਦੀ ਹੈ ਪੋਪੂਲੇਸ਼ਨ ਦੇ ਵਿੱਚ। ਸੈਕਸ ਰੇਸ਼ੋ, ਮੇਲ ਦੇ ਪਿੱਛੇ ਫੀਮੇਲ ਕਿੰਨੇ ਹੈ? 1000 ਦੀ ਗਿਣਤੀ ਕੀਤੀ ਜਾਂਦੀ ਹੈ। 1000 ਜੇ ਕਾਊਂਟਿੰਗ ਕਰੀਏ ਮੇਲ, ਅਤੇ ਉਹਦੇ ਨਾਲ ਕਿੰਨੀਆਂ ਫੀਮੇਲਸ ਨਿਕਲਦੀਆਂ ਉਹਦੇ ਵਿੱਚੋਂ, ਉਹਨੂੰ ਕਹਿੰਦੇ ਆ ਸੈਕਸ ਰੇਸ਼ੋ। ਪੋਪੂਲੇਸ਼ਨ ਥਿਊਰੀ, ਹੁਣ ਪੋਪੂਲੇਸ਼ਨ ਜੋ ਹੈ, man has been concerned with the population of his own species since ancient time
but recently it has been felt that the population dynamics influence the human welfare। ਪੁਰਾਣੇ ਸਮੇਂ ਤੋਂ ਹਿਊਮਨ ਜਿਹੜਾ ਹੈ ਆਪਣੇ ਆਪ ਨੂੰ ਪ੍ਰਭਾਵ ਕਰਦਾ ਰਿਹਾ, ਆਪਣੇ ਨਾਲਦਿਆਂ ਨਾਲ ਲੜਦਾ ਰਿਹਾ, ਸ਼ਿਕਾਰ ਕਰਦਾ ਰਿਹਾ। ਹੁਣ ਇਹ ਬਾਕੀ ਜੀਵਾਂ ਦੇ ਨਾਲ ਇੰਟਰੈਕਟ ਕਰ ਰਿਹਾ। ਸਭ ਤੋਂ ਪੁਰਾਣੀ ਥਿਊਰੀ ਜੋ ਹੈ ਇਹਦੇ ਵਿੱਚ ਪਲੂਟੋ ਅਤੇ ਅਰਿਸਟੋਟਲ ਨੇ ਦਿੱਤੀ, ਜਿਹਨੂੰ ਅਸੀਂ ਪਲਟੂ ਅਤੇ ਅਰਸਤੂ ਕਹਿੰਦੇ ਹਾਂ ਪੰਜਾਬੀ ਦੇ ਵਿੱਚ। ਉਹਨਾਂ ਨੇ ਕਿਹਾ ਸੀ optimum size of population is that in which the man's potential can be carefully developed। ਪੋਪੂਲੇਸ਼ਨ ਕਹਿੰਦੇ ਉਨੀ ਹੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਬੰਦਾ ਆਪਣੀਆਂ ਸਾਰੀਆਂ ਇੱਛਾਵਾਂ ਸਹੀ ਤਰੀਕੇ ਨਾਲ ਕਰ ਸਕੇ, ਖਾ ਸਕੇ, ਪੀ ਸਕੇ, ਉੱਠ ਸਕੇ, ਬਹਿ ਸਕੇ, ਸੌਂ ਸਕੇ, ਆਪਣੇ ਪੋਟੈਂਸ਼ੀਅਲ ਨੂੰ ਡਿਵੈਲਪ ਕਰ ਸਕੇ। ਇਹ ਉਦੋਂ ਹੀ ਪੋਪੂਲੇਸ਼ਨ ਹੈ ਜ਼ਰੂਰੀ ਹੈ ਜਦੋਂ ਪੋਪੂਲੇਸ਼ਨ ਇਕਨੋਮਿਕਲੀ ਸੈਲਫ ਸਫੀਸ਼ੀਐਂਟ ਹੋਏਗੀ ਅਤੇ ਡਿਫੈਂਡਿੰਗ ਇਟ ਸੈਲਫ। ਜਦੋਂ ਲੋਕ ਸਰੀਰਕ ਤੌਰ 'ਤੇ ਵੀ ਤਗੜੇ ਹੋਣਗੇ, ਆਪਣੇ ਆਪ ਦਾ ਬਚਾਅ ਕਰ ਸਕਣਗੇ ਦੁਸ਼ਮਣ ਤੋਂ, ਅਤੇ ਉਹਨਾਂ ਕੋਲ ਇੰਨਾ ਪੈਸਾ ਹੋਏਗਾ ਕਿ ਆਪਣਾ ਗੁਜ਼ਾਰਾ ਕਰ ਸਕਣਗੇ। ਇਹ ਪੁਰਾਣੀ ਥਿਊਰੀ ਹੈ। ਨਵੀਂ ਥਿਊਰੀ ਜਿਹੜੀ ਰੋਬਰਟ ਮੈਲਥਿਸ ਨੇ ਦਿੱਤੀ ਸੀ 1798 ਦੇ ਵਿੱਚ, ਇਕਨੋਮਿਕਸ ਦੇ ਨਾਲ ਜੁੜੇ ਸੀਗੇ। ਐਨ ਐਸੇ ਔਨ ਦਾ ਪ੍ਰਿੰਸੀਪਲ ਆਫ ਪਾਪੂਲੇਸ਼ਨ ਉਹਨਾਂ ਦੀ ਬੁੱਕ ਹੈ। ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਪਾਪੂਲੇਸ਼ਨ ਹੈ ਜਿਓਮੈਟਰੀਕਲੀ ਵੱਧਦੀ ਹੈ, ਬਟ ਜਿਹੜੇ ਸਾਡੇ ਰਿਸੋਰਸਿਸ ਹੈ ਜਿਹਨੂੰ ਖਾ ਕੇ ਪਾਪੂਲੇਸ਼ਨ ਵੱਧਦੀ ਹੈ, ਇਹਦਾ ਖਾਣਾ ਹੋ ਗਿਆ, ਠੀਕ ਹੈ ਨਾ, ਭੋਜਨ ਖਾਣ ਜਿਹੜਾ ਜ਼ਰੂਰੀ ਹੈ ਉਹਦੇ ਨਾਲ ਹੀ ਜਿੰਦੇ ਰਹਿ ਸਕਦੇ ਆ, ਉਹ ਜਿਹੜੇ ਰਿਸੋਰਸਿਸ ਹੈ ਉਹ ਰਿਥਮੈਟਿਕਲੀ ਵੱਧਦੇ ਆ, ਪਾਪੂਲੇਸ਼ਨ ਤੇਜ਼ੀ ਨਾਲ ਵੱਧਦੀ ਹੈ। ਸੋ ਜਿੱਦਾਂ ਪਾਪੂਲੇਸ਼ਨ ਵਧੇਗੀ ਰਿਸੋਰਸਿਸ ਘਟਦੇ ਜਾਣਗੇ। ਹੁਣ ਇੱਥੇ ਦੇਖਣ ਵਾਲੀ ਗੱਲ ਹੈ, ਜਿਓਮੈਟਰੀਕਲ ਸਾਇੰਸ ਵਾਲੇ ਬੱਚਿਆਂ ਨੂੰ ਪਤਾ ਹੋਏਗਾ, ਮੈਥ ਵਾਲਿਆਂ ਨੂੰ ਜੀਪੀ ਜਿਓਮੈਟਰੀਕਲ ਦਾ ਕੀ ਮੀਨਿੰਗ ਹੁੰਦਾ। ਜਦੋਂ ਜਿਹੜੀ ਇਨਕਰੀਜ਼ਮੈਂਟ ਹੈ, ਜਿਸ ਤਰ੍ਹਾਂ 2 4 8 16 ਜਲਦੀ ਵੱਧ ਰਹੀ ਹੈ ਬਹੁਤ ਤੇਜ਼ੀ ਨਾਲ, ਜਿਹੜੀ ਏਪੀ ਹੈ ਉਹਦੇ ਵਿੱਚ ਆਪਸ ਵਿੱਚ ਫਰਕ ਦੇ ਨਾਲ ਵੱਧ ਰਹੀ ਹੈ। 2 ਅਤੇ 4 'ਚ 2 ਦਾ ਫਰਕ ਹੈ, 4 ਅਤੇ 6 'ਚ 2 ਦਾ ਫਰਕ ਹੈ। ਇਹ ਹੌਲੀ ਹੌਲੀ ਵੱਧ ਰਹੀ ਹੈ ਤੇਜ਼ੀ ਨਾਲ। ਸੋ ਪਾਪੂਲੇਸ਼ਨ ਜਿੰਨੀ ਜ਼ਿਆਦਾ ਵਧੇਗੀ ਉਨੀ ਜਲਦੀ ਜਿਹੜੇ ਰਿਸੋਰਸਿਸ ਆ ਉਹ ਘਟਦੇ ਜਾਣਗੇ। ਇਹ ਥਿਊਰੀ ਹੈ। ਪਾਪੂਲੇਸ਼ਨ ਗਰੋਥ, ਮੋਸਟ ਇੰਪੋਰਟੈਂਟ ਆਸਪੈਕਟਸ ਆਫ ਪਾਪੂਲੇਸ਼ਨ ਡੈਟ ਅਫੈਕਟ ਦਾ ਇਨਵਾਇਰਮੈਂਟ ਇਜ਼ ਦਾ ਪਾਪੂਲੇਸ਼ਨ ਗਰੋਥ। ਕਿੰਨੀ ਪਾਪੂਲੇਸ਼ਨ ਦਾ ਗਰੋਥ ਹੁੰਦੀ ਹੈ, ਕਿੰਨਾ ਵਾਧਾ ਹੁੰਦਾ ਹੈ। ਪਾਪੂਲੇਸ਼ਨ ਦੀ ਗੱਲ ਕਰੀਏ 0.6 ਬਿਲੀਅਨ 1700 ਸਦੀ ਦੇ ਵਿੱਚ ਸੀ। 20ਵੀਂ ਸਦੀ ਜਦੋਂ ਸ਼ੁਰੂ ਹੋਈ ਤਾਂ ਉਦੋਂ ਆਈ 1.6 ਬਿਲੀਅਨ। ਜਦੋਂ ਇਹ ਸਦੀ ਦਾ ਐਂਡ ਹੋਇਆ ਅਤੇ ਹਿਊਮਨ ਦੀ ਪਾਪੂਲੇਸ਼ਨ 6.1 ਬਿਲੀਅਨ ਹੋ ਗਈ 20ਵੀਂ ਸਦੀ ਦੇ ਐਂਡ 'ਚ। 150 ਸਾਲ ਲੱਗੇ ਜਿਹਦੇ ਵਿੱਚ 0.6 ਤੋਂ 1.2 ਬਿਲੀਅਨ ਬਣੇ, ਬਟ ਨੈਕਸਟ 150 ਸਾਲ ਦੇ ਵਿੱਚ ਜਿਹੜੀ ਪਾਪੂਲੇਸ਼ਨ ਜਿਹੜੀ ਹੈ 5 ਗੁਣਾ ਵੱਧ ਗਈ। ਸੋ ਇਟ ਇਜ਼ ਬਿਲੀਵ ਡੈਟ ਨੈਕਸਟ 50 ਈਅਰ ਦਾ ਪਾਪੂਲੇਸ਼ਨ ਵਿਲ ਕਰੋਸ 9 ਬਿਲੀਅਨ। ਆਉਣ ਵਾਲੇ 50 ਸਾਲਾਂ ਦੇ ਵਿੱਚ 9 ਜਿਹੜੀ ਬਿਲੀਅਨ ਕਰੋਸ ਕਰ ਜਾਏਗੀ। ਜੋ ਯੂਨਾਈਟਿਡ ਨੇਸ਼ਨ UN ਦਾ ਐਸਟੀਮੇਟ ਹੈ, ਕਰੰਟ ਐਨੂਅਲ ਗਰੋਥ ਰੇਟ ਆਫ ਬਰਡ ਪਾਪੂਲੇਸ਼ਨ ਇਜ਼ 2.5%। ਨੈਟੈਲਿਟੀ ਪਰ ਮਿੰਟ ਕਿੰਨੇ ਬੱਚੇ ਪੈਦਾ ਹੋ ਰਹੇ? 234। ਇਹ ਦੇਖ ਸਕਦੇ ਹੋ, ਪੁਰਾਣਾ ਰਿਕਾਰਡ ਹੈ, ਪੁਰਾਣੀ ਬੁੱਕ ਹੈ। 1 ਮਿੰਟ 'ਚ 234 ਬੱਚੇ ਪੈਦਾ ਹੋ ਰਹੇ। ਤੁਸੀਂ ਮਿੰਟ 60 ਦੇ ਨਾਲ ਡਿਵਾਈਡ ਕਰਕੇ ਦੇਖ ਲਿਓ ਉਹਦੇ ਵਿੱਚ। ਅਨਦਰ ਇੰਟਰਸਟਿੰਗ ਐਸਪੈਕਟਸ ਇਜ਼ ਡੈਟ ਨੋਟ ਯੂਨੀਫਾਰਮ ਐਵਰੀਵੇਅਰ। ਹਰ ਜਗ੍ਹਾ 'ਤੇ ਇਹ ਨਹੀਂ ਹੈ, ਕਿਸੇ ਜਗ੍ਹਾ 'ਤੇ ਲੋਕਾਂ ਦੀ ਗਿਣਤੀ ਘੱਟ ਹੈ, ਕਿਤੇ ਵੱਧ ਹੈ। ਜਿੱਦਾਂ ਨਿਊਜ਼ੀਲੈਂਡ 'ਚ ਪਾਪੂਲੇਸ਼ਨ ਘੱਟ ਹੈ, ਕੈਨੇਡਾ 'ਚ ਘੱਟ ਹੈ, ਕੈਨੇਡਾ ਕਾਫੀ ਵੱਡੇ ਦੇਸ਼ ਹੈ। ਚਾਈਨਾ ਕੰਪੈਰੇਟਿਵਲੀ ਛੋਟਾ, ਉਹ 'ਚ ਪਾਪੂਲੇਸ਼ਨ ਜ਼ਿਆਦਾ ਹੈ। ਸੋ ਅਕੋਰਡਿੰਗ ਟੂ ਐਸਟੀਮੇਟ 20% ਜਿਹੜੀ ਪਾਪੂਲੇਸ਼ਨ ਹੈ ਲਿਵ ਇਨ ਹਾਫ ਆਫ ਟੋਟਲ ਏਰੀਆ ਅਰਥ। ਕਿੱਥੇ ਰਹਿੰਦੀ? 20% ਯੂਰਪ ਦੇ ਵਿੱਚ, ਨਾਰਥ ਅਮਰੀਕਾ, USR ਅਤੇ ਓਸ਼ੀਨੀਆ। ਬਾਕੀ ਜਿਹੜੀ ਪਾਪੂਲੇਸ਼ਨ ਹੈ ਹੋਰ ਹਿੱਸੇ 'ਚ ਰਹਿੰਦੀ ਹੈ। ਉਹਦੇ ਵਿੱਚ ਸਾਰੀਆਂ ਡਿਵੈਲਪਿੰਗ ਕੰਟਰੀ ਹੈ। ਗਰੋਥ ਰੇਟ ਜਿਹੜੀ ਹੈ ਹਾਈਐਸਟ ਹੈ ਇਨ ਡਿਵੈਲਪਿੰਗ ਕੰਟਰੀ। ਹਾਈਐਸਟ ਗਰੋਥ ਜਿਹੜੀ ਹੈ ਅਫਰੀਕਾ 'ਚ ਹੈ। ਜਿਹੜੇ ਦੇਸ਼ ਅਜੇ ਵਿਕਸਿਤ ਹੋ ਰਹੇ ਆ ਉਹਦੇ ਵਿੱਚ ਲੋਕ ਜ਼ਿਆਦਾ ਵੱਧ ਰਹੇ, ਉਹਨਾਂ 'ਚ ਪਾਪੂਲੇਸ਼ਨ ਕੰਟਰੋਲ ਨਹੀਂ ਹੈ। ਰਾਈਜ਼ਿੰਗ ਗਰੋਥ ਰੇਟ ਡਿਵੈਲਪਿੰਗ ਕੰਟਰੀ ਦੇ ਆਲਸੋ ਹੈਵ ਹਾਈ ਡਿਪੈਂਡੈਂਸੀ ਰੇਸ਼ੋ। ਡਿਪੈਂਡੈਂਸੀ ਰੇਸ਼ੋ ਕੀ ਹੈ? ਇੱਕ ਦੂਜੇ 'ਤੇ ਡਿਪੈਂਡ ਹੈ। ਪਾਪੂਲੇਸ਼ਨ ਬਿਲੋ 15 ਈਅਰ, 15 ਸਾਲ ਤੋਂ ਘੱਟ ਜਿਹੜੇ 45% ਅਮਰੀਕਾ 'ਚ ਹੈ, 22% ਯੂਰਪ 'ਚ ਹੈ। ਪਰਸੈਂਟੇਜ ਆਫ ਪਾਪੂਲੇਸ਼ਨ ਅਬਵ 65 ਈਅਰ ਜਿਹੜੀ ਹੈ ਜ਼ਿਆਦਾ ਡਿਵੈਲਪ ਕੰਟਰੀ 'ਚ ਹੈ, ਕਿਉਂਕਿ ਜਿੰਨੇ ਜ਼ਿਆਦਾ ਡਿਵੈਲਪ ਹੋਣਗੇ ਉਹਨਾਂ ਨੇ ਉਨਾ ਜ਼ਿਆਦਾ ਬਰਥ ਕੰਟਰੋਲ, ਬੱਚਿਆਂ ਦੇ ਪੈਦਾ ਹੋਣ 'ਤੇ ਰੋਕ ਲਾਈ ਹੋਏਗੀ, ਅਤੇ ਘੱਟ ਬੱਚੇ ਹੋਣਗੇ, ਘੱਟ ਜਿਹੜੀ ਹੈ ਸਾਨੂੰ ਇਕਨੋਮਿਕਲ ਲੋਡ ਪਏਗਾ ਕਿਸੇ ਦੇਸ਼ ਦੇ ਉੱਤੇ, ਉਹਨਾਂ ਰਿਸੋਰਸਿਸ ਪੈਦਾ ਕਰਨ 'ਚ ਘੱਟ ਮਿਹਨਤ ਕਰਨੀ ਪਵੇਗੀ। ਸੋ ਇਸ ਲਈ ਉਹਦੇ ਵਿੱਚ ਘੱਟ ਉਮਰ ਦੇ ਸਾਨੂੰ ਘੱਟ ਮਿਲਣਗੇ। ਸੋ ਇਹਨੂੰ ਕਹਿੰਦੇ ਹੋ ਪਾਪੂਲੇਸ਼ਨ ਗਰੋਥ। ਉਹਦੇ ਬਾਅਦ ਹੁੰਦੇ ਲਾਈਫ ਸਪੋਰਟਿੰਗ ਕੰਪੋਨੈਂਟ। ਸੋ ਮੈਕਸਿਮਮ ਜਿਹੜੀ ਪਾਪੂਲੇਸ਼ਨ ਸਾਈਜ਼ ਹੈ ਉਹਨੂੰ ਇਨਵਾਇਰਮੈਂਟ ਹੀ ਸਪੋਰਟ ਕਰਦਾ। ਇਨਵਾਇਰਮੈਂਟ ਹੀ ਪਾਪੂਲੇਸ਼ਨ ਨੂੰ ਘਟਾਉਂਦਾ ਜਾਂ ਵਧਾਉਂਦਾ ਹੈ।
ਇਹਦੇ ਵਿੱਚ ਆਉਂਦਾ ਲਾਈਫ ਸਪੋਰਟਿੰਗ, ਜਿਹੜਾ ਇਹਦਾ ਸਾਡੀ ਜ਼ਿੰਦਗੀ ਚੱਲਦੀ ਹੈ, ਫੂਡ, એનર્ਜੀ, ਏਅਰ, ਵਾਟਰ। ਵੇਸਟ ਅਸਿਮੀਲੇਟਿਵ ਕੰਪੋਨੈਂਟ, ਵੇਸਟ ਦੇ ਵਿੱਚ ਜਿਹੜਾ ਵੇਸਟ ਮਟੀਰੀਅਲ ਹੈ ਹਿਊਮਨ ਐਕਟੀਵਿਟੀਜ਼ ਨਾਲ ਕਰਦਾ ਹੈ। ਹਿਊਮਨ ਦਾ ਆਪਣਾ ਮਲ ਮੂਤਰ ਹੋ ਗਿਆ, ਫੈਕਟਰੀਆਂ ਦਾ ਵੇਸਟ ਹੋ ਗਿਆ, ਖੇਤੀਬਾੜੀ ਦਾ ਵੇਸਟ ਹੋ ਗਿਆ, ਇਹ ਸਾਰਾ ਵੇਸਟ ਹੈ। ਐਜ਼ ਕੈਰਿੰਗ ਕਪੈਸਿਟੀ ਆਫ ਅਰਥ ਇਜ਼ ਲਿਮਿਟਡ, ਸੋ ਆਊਟਕਮ ਆਫ ਰੈਪਿਡ ਗਰੋਥ ਆਫ ਪੋਪੂਲੇਸ਼ਨ ਪ੍ਰੋਡਿਊਸਿਸ ਹਾਰਮਫੁਲ ਇਫੈਕਟ ਔਨ ਇਨਵਾਇਰਮੈਂਟ। ਯੂਨਾਈਟਿਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ UNEP, ਉਹਨਾਂ ਨੇ ਕਿਹਾ ਜਾਂ ਹਾਇਰ ਪੋਪੂਲੇਸ਼ਨ ਗਰੋਥ ਵਿਲ ਲੀਡ ਟੂ ਪਾਵਰਟੀ ਐਂਡ ਇਨਕਰੀਜ਼ ਰੇਟ ਆਫ ਇਨਵਾਇਰਮੈਂਟ ਡੀਗ੍ਰੇਡੇਸ਼ਨ। ਉਹਨਾਂ ਦਾ ਅਨੁਮਾਨ ਹੈ ਜਿੰਨੀ ਜ਼ਿਆਦਾ ਪੋਪੂਲੇਸ਼ਨ ਵਧੇਗੀ ਉਨੀ ਜ਼ਿਆਦਾ ਗਰੀਬੀ ਆਏਗੀ, ਉਨਾ ਜ਼ਿਆਦਾ ਪੋਲਿਊਸ਼ਨ ਫੈਲੇਗਾ, ਕਿਉਂਕਿ ਜਿੰਨੇ ਲੋਕ ਵਧਣਗੇ ਉਨਾ ਉਹ ਮਲ ਮੂਤਰ ਕਰਨਗੇ, ਉਨਾ ਇਨਵਾਇਰਮੈਂਟ ਨਾਲ ਛੇੜਛਾੜ ਹੋਏਗੀ, ਉਨੀਆਂ ਫੈਕਟਰੀਆਂ ਲੱਗਣਗੀਆਂ, ਉਨੀ ਖੁਦਾਈ ਹੋਏਗੀ, ਉਨੀ ਖੇਤੀਬਾੜੀ ਕਰਨੀ ਪਵੇਗੀ, ਉਹਦੇ ਨਾਲ ਜ਼ਿਆਦਾ ਇਨਵਾਇਰਮੈਂਟ ਜਿਹੜਾ ਖ਼ਰਾਬ ਹੋਏਗਾ। ਇਹ UNEP ਦਾ ਅਨੁਮਾਨ ਹੈ। ਸੋ ਲੈਟ ਅਸ ਐਗਜ਼ਾਮਾਈਨ ਦਾ ਇੰਪੈਕਟ ਆਫ ਪੋਪੂਲੇਸ਼ਨ। ਹੁਣ ਇਨਵਾਇਰਮੈਂਟ 'ਤੇ ਕੀ ਇਫੈਕਟ ਪਿਆ, ਫੂਡ 'ਤੇ ਕੀ ਇਫੈਕਟ ਪਿਆ। ਫੂਡ ਜਿਹੜਾ ਉਹਦਾ ਪੋਪੂਲੇਸ਼ਨ ਨਾਲ ਪੂਰਾ ਰਿਲੇਸ਼ਨ ਹੈ। ਸਕਾਰਸਿਟੀ ਆਫ ਫੂਡ ਵਿਲ ਲੀਡ ਟੂ ਐਨ ਓਵਰ ਐਕਸਪਲੋਇਟੇਸ਼ਨ ਆਫ ਲੈਂਡ ਐਂਡ ਅਦਰ ਰਿਸੋਰਸਿਸ ਰਿਜ਼ਲਟਿੰਗ ਇਨ ਟੈਂਸ਼ਨ ਕਨਫਲਿਕਟ ਅਮੰਗ ਹਿਊਮਨ। ਹੁਣ ਜੇ ਭੋਜਨ ਦੀ ਕਮੀ ਆਏਗੀ ਤਾਂ ਸਾਨੂੰ ਜ਼ਿਆਦਾ ਖੇਤੀ ਕਰਨੀ ਪਵੇਗੀ, ਤਾਂ ਉਹਦੇ ਨਾਲ ਭੋਜਨ ਦੇ ਵਿੱਚ ਲੋਕ ਆਪਸ ਵਿੱਚ ਲੜਨਗੇ। ਇੰਡੀਆ ਵਿੱਚ 70 ਤੋਂ 80% ਚਿਲਡਰਨ ਜਿਹੜੇ ਆ ਮਾਲ ਨਿਊਟ੍ਰੀਟਡ, ਕੁਪੋਸ਼ਿਤ ਬੱਚੇ ਆ, ਉਹਨਾਂ ਨੂੰ 2 ਟਾਈਮ ਦਾ ਖਾਣਾ ਨਹੀਂ ਮਿਲਦਾ, 1 ਟਾਈਮ ਦਾ ਖਾਣਾ ਵੀ ਨਹੀਂ ਮਿਲਦਾ। ਗਰੀਬੀ 'ਤੇ ਪ੍ਰਭਾਵ ਪੈਂਦਾ, ਗਰੀਬੀ ਵੱਧਦੀ ਹੈ। ਜਦੋਂ ਪੋਪੂਲੇਸ਼ਨ ਵਧੇਗੀ ਤਾਂ ਨੌਕਰੀਆਂ ਦੇ ਚਾਂਸ ਘਟਣਗੇ, ਮੈਡੀਕਲ ਫੈਸਿਲਿਟੀ ਘਟਣਗੀ, ਐਜੂਕੇਸ਼ਨ ਘਟੇਗੀ। ਰॉ ਮਟੀਰੀਅਲ ਘਟਣਾ ਸ਼ੁਰੂ ਹੋ ਜਾਏਗਾ, ਕਿਉਂਕਿ ਰॉ ਮਟੀਰੀਅਲ ਜਿਹੜਾ ਉਨਾ ਜ਼ਿਆਦਾ ਸਾਨੂੰ ਬਣਾਉਣਾ ਪਵੇਗਾ। ਜਿਹੜੇ ਕੁਛ ਰਿਸੋਰਸਿਸ ਆ ਸਾਡੇ ਕੋਲ ਉਹ ਘੱਟ ਨੇ, ਜਿੱਦਾਂ ਕੋਲੇ ਦੀਆਂ ਖਾਨਾਂ, ਡੀਜ਼ਲ, ਪੈਟਰੋਲ ਘੱਟ ਹੈ। ਇਹਨਾਂ ਦੇ ਖਾਣ ਦੇ ਰਿਸੋਰਸਿਸ ਇੰਨੀ ਜਲਦੀ ਨਹੀਂ ਬਣਦੇ, ਇਹਨਾਂ ਕਰੋੜਾਂ ਸਾਲ ਲੱਗ ਜਾਂਦੇ ਬਣਨ ਦੇ ਵਿੱਚ, ਸੋ ਇਹ ਘਟਣਗੇ। ਗ੍ਰੀਨ ਹਾਊਸ ਇਫੈਕਟ ਵਧੇਗਾ, ਵਧਿਆ ਹੀ ਹੈ। ਕਾਰਬਨ ਡਾਈਆਕਸਾਈਡ ਵੱਧ ਰਹੀ ਹੈ ਪੋਲਿਊਸ਼ਨ ਦੇ ਨਾਲ, ਉਹਨਾਂ ਇਨਵਾਇਰਮੈਂਟ ਦਾ ਟੈਂਪਰੇਚਰ ਵੱਧ ਰਿਹਾ ਅਰਥ ਦਾ, ਉਹਨਾਂ ਗਲੇਸ਼ੀਅਰ ਪਿਘਲ ਰਹੇ ਆ, ਟੈਂਪਰੇਚਰ ਵਧਦਾ, ਗਲੋਬਲ ਵਾਰਮਿੰਗ ਹੋ ਰਹੀ ਹੈ, ਬਹੁਤ ਜ਼ਿਆਦਾ ਗਰਮੀ ਹੁੰਦੀ ਹੈ। ਐਨਰਜੀ ਰਿਸੋਰਸਿਸ ਘੱਟ ਹੋਣਗੇ। ਸੋ ਇੰਡਸਟਰੀ ਕੈਨੋਟ ਰਨ ਵਿਦਆਊਟ ਐਨਰਜੀ, ਸੋ ਐਨਰਜੀ ਕੈਨ ਬੀ ਓਬਟੇਨ ਫਰੋਮ ਫੋਸਿਲ ਕੋਲ, ਪੈਟਰੋਲੀਅਮ, ਨੈਚੁਰਲ ਗੈਸ, ਇਹ ਤੋਂ ਯੂਜ਼ ਕੀਤੀ ਜਾਂਦੀ ਹੈ। ਬਟ ਜਿਹਦੀ ਓਵਰ ਐਕਸਪਲੋਟੇਸ਼ਨ ਹੋਏਗੀ ਤਾਂ ਸਾਨੂੰ ਫੈਕਟਰੀਆਂ ਚਲਾਉਣ ਦੇ ਵਾਸਤੇ ਪੈਟਰੋਲ, ਡੀਜ਼ਲ, ਇਲੈਕਟ੍ਰੀਸਿਟੀ ਵੀ ਨਹੀਂ ਮਿਲੇਗੀ, ਰਿਸੋਰਸਿਸ ਨਹੀਂ ਮਿਲਣਗੇ। ਸੋ ਇਹ ਕੁਛ ਐਕਟੀਵਿਟੀਜ਼ ਦਾ ਇਫੈਕਟ ਹੈ। ਅਰਬਨਾਈਜੇਸ਼ਨ ਹੁੰਦਾ ਸ਼ਹਿਰੀਕਰਨ, ਪਿੰਡਾਂ ਦੇ ਸ਼ਹਿਰ ਬਣਾਉਣੇ। ਸੋ ਨੰਬਰ ਆਫ ਪੀਪਲ ਜਿਹੜੇ ਹੁਣ ਪਿੰਡਾਂ ਤੋਂ ਸ਼ਹਿਰਾਂ 'ਚ ਆ ਗਏ। ਸੋ ਟਰੈਂਡ ਬਣ ਗਿਆ ਹਿਊਮਨ ਸਿਵਲਾਈਜੇਸ਼ਨ ਦਾ। ਯੂਨਾਈਟਿਡ ਸਟੇਟਸ 6% ਪੋਪੂਲੇਸ਼ਨ ਜਿਹੜੀ ਹੈ 1800 ਸਦੀ ਦੇ ਜਿਹੜੀ ਹੈ 6% ਪੋਪੂਲੇਸ਼ਨ ਜਿਹੜੀ ਹੈ 1800 ਸ਼ਹਿਰਾਂ ਦੇ ਵਿੱਚ ਰਹਿੰਦੀ ਹੈ, ਪਰ 70% ਪੋਪੂਲੇਸ਼ਨ ਜਿਹੜੀ ਹੈ ਹੁਣ ਜਿਹੜੀ ਹੈ ਰਹਿ ਰਹੀ ਹੈ ਸ਼ਹਿਰਾਂ ਦੇ ਵਿੱਚ। ਇਹ ਸਾਡਾ ਅਨੁਮਾਨ ਹੈ ਯੂਨਾਈਟਿਡ ਸਟੇਟਸ ਅਮਰੀਕਾ ਦਾ। ਨੀਦਰਲੈਂਡ ਵਿੱਚ 90% ਰਹਿ ਰਹੀ ਹੈ। ਗਲੋਬਲ ਲੈਵਲ 'ਤੇ 29% ਵਾਜ਼ ਲਿਵਿੰਗ ਇਨ ਸਿਟੀਜ਼ ਇਨ 1950। ਪੂਰੇ ਸਾਰੇ ਦੇਸ਼ਾਂ ਦਾ ਅਨੁਮਾਨ ਹੈ 1950 ਦੇ ਵਿੱਚ ਸਿਰਫ 29% ਲੋਕ ਸ਼ਹਿਰਾਂ 'ਚ ਰਹਿੰਦੇ ਸੀ। 1990 'ਚ 43% ਹੋਇਆ, ਹੁਣ ਵੱਧ ਰਿਹਾ, ਹੁਣ ਲੋਕ ਸ਼ਹਿਰਾਂ ਵੱਲ ਜਾ ਰਹੇ ਆ। ਉਹ ਜੇ ਗੱਲ ਕਰੀਏ ਜਿਸ ਤਰ੍ਹਾਂ ਡਿਕਰੀਜ਼ ਇਨ ਪ੍ਰੈਸ਼ਰ ਆਫ ਪੋਪੂਲੇਸ਼ਨ ਨੂੰ ਦਿੱਲੀ 'ਤੇ ਜਿਹੜਾ ਪ੍ਰੈਸ਼ਰ ਜਿਹੜਾ ਘਟ ਰਿਹਾ ਪੋਪੂਲੇਸ਼ਨ ਦਾ ਸੈਟੇਲਾਈਟ ਟਾਊਨ ਜਿੱਦਾਂ ਦਿੱਲੀ ਤੋਂ ਲੋਕ ਸ਼ਿਫਟ ਹੋ ਰਹੇ ਆ, ਨੋਇਡਾ, ਫਰੀਦਾਬਾਦ, ਗਾਜ਼ੀਆਬਾਦ, ਗੁਰਗਾਉਨ ਡਿਵੈਲਪ, ਬਟ ਨੋ ਦੇ ਆਲਮੋਸਟ ਬਿਕਮ ਏ ਪਾਰਟ ਆਫ ਦਿੱਲੀ। ਹੁਣ ਇਹ ਦਿੱਲੀ ਇੰਨਾ ਜ਼ਿਆਦਾ ਸਪਰੈਡ ਹੋ ਗਿਆ ਕਿਉਂਕਿ ਇਹਨਾਂ ਇੰਡਸਟਰੀਜ਼ ਅਟੈਚ ਹੋ ਗਈ। ਸੇਮ ਇਜ਼ ਦਾ ਕੇਸ ਆਫ ਬਿਗਰ ਮੈਟਰੋਜ਼, ਜਿੱਦਾਂ ਬੋਂਬੇ ਸਿਟੀਜ਼ ਹੈ, ਕੋਲਕਾਤਾ, ਉਹ ਵੀ ਫੈਲ ਰਿਹਾ। ਪ੍ਰਿੰਸੀਪਲ ਕੋਜ਼ ਇਹਦਾ ਸਭ ਤੋਂ ਵੱਡਾ ਕਾਰਨ ਸੀ ਅਰਬਨਾਈਜੇਸ਼ਨ ਐਂਡ ਇੰਡਸਟਰੀਲਾਈਜੇਸ਼ਨ। ਫੈਕਟਰੀਆਂ, ਉਦਯੋਗ ਜਿਹੜੇ ਪਿੰਡਾਂ ਦੇ ਵਿੱਚ ਨਹੀਂ ਸੀ, ਰਿਸੋਰਸਿਸ ਨਹੀਂ ਸੀ, ਸਹੂਲਤਾਂ ਘੱਟ ਸੀ, ਲੋਕਾਂ ਨੇ ਪਿੰਡਾਂ ਤੋਂ ਸ਼ਹਿਰਾਂ ਜਾਣਾ ਸ਼ੁਰੂ ਕਰਤਾ, ਉੱਥੇ ਆ ਕੇ ਬਸ ਗਏ। ਸੋ ਇਹਦੀ ਵਜ੍ਹਾ ਨਾਲ ਸ਼ਹਿਰ ਬਣ ਰਹੇ ਆ। This unimaginative influence of population is almost all bigger cities created the scarcity of housing, drinking water, electricity. Urbanization led to very serious problem, the growth of slum area around the city. Government always in a fix solve the problem of slum. ਸੋ ਇਹਦੇ ਨਾਲ ਕੀ ਹੋਏਗਾ, ਗਰੀਬੀ ਵਧੇਗੀ ਸ਼ਹਿਰਾਂ ਦੇ ਵਿੱਚ। ਤੁਹਾਨੂੰ ਪਤਾ ਹੈ ਰਹਿਣ ਨੂੰ ਵੈਸੇ ਜਗ੍ਹਾ ਬਹੁਤ ਘੱਟ ਹੁੰਦੀ ਹੈ, ਤਾਂ ਗਰੀਬ ਜੋ ਲੋਕ ਨੇ, ਝੁੱਗੀਆਂ ਝੋਪੜੀਆਂ, ਸੜਕਾਂ 'ਤੇ ਲੋਕ ਸੌਂਦੇ ਨੇ, ਉਹਨਾਂ ਕੋਲ ਘਰ ਨਹੀਂ ਹੈ, ਉਹ ਵੱਧ ਰਹੇ ਨੇ। ਉਹਨਾਂ ਨੂੰ ਉੱਥੋਂ ਹਟਾਉਣਾ, ਉਹਨਾਂ ਨੂੰ ਘਰ ਬਣਾ ਕੇ ਦੇਣਾ, ਇਹ ਗੌਰਮੈਂਟ ਲਈ ਸਭ ਤੋਂ ਵੱਡੀ ਸਿਰਦਰਦੀ ਹੈ। ਸੋ ਡੈਟ ਇਜ਼ ਦਾ ਸਲਮ। ਲਿਟਰੇਸੀ, ਸਾਖਰਤਾ, ਪੜ੍ਹੇ ਲਿਖੇ ਲੋਕ। ਸੋ
ਨੋਰਮਲੀ ਇਹਨੂੰ ਪੜ੍ਹਨਾ ਲਿਖਣਾ ਕਹਿੰਦੇ ਲਿਟਰੇਸੀ ਨੂੰ, ਪਰ ਹੁਣ ਐਜੂਕੇਸ਼ਨ ਜਿਹੜੀ ਹੈ ਇਹਦਾ ਇਫੈਕਟ ਚੇਂਜ ਹੋ ਗਿਆ। ਇਨਵਾਇਰਮੈਂਟ ਦੇ ਨਾਲ ਵੀ ਨੌਲੇਜ ਹੋਣੀ ਚਾਹੀਦੀ ਹੈ। 2001 ਦੇ ਵਿੱਚ ਲਿਟਰੇਸੀ ਰੇਟ ਸਾਡਾ ਸੀ 64.8। ਏਸ਼ੀਆ ਅਤੇ ਅਫਰੀਕਾ ਦੇ ਨਾਲੋਂ ਕੰਪੈਰੀਟਿਵਲੀ 30%। 70% ਪੀਪਲ ਜਿਹੜੇ ਇੰਡੀਆ ਦੇ ਵਿੱਚ ਅਜੇ ਵੀ ਸਾਡਾ ਥੋੜ੍ਹਾ ਬੈਟਰ ਹੈ। 70% ਅਫਰੀਕਾ ਦੀ ਗੱਲ ਕਰੀਏ, ਅਫਰੀਕਾ ਏਸ਼ੀਆ ਦੀ, ਉਹਦੇ 70% ਲੋਕ ਅਨਪੜ੍ਹ ਹੈ। ਇਲਿਟਰੇਟ ਪੀਪਲ ਜਿਹੜੇ ਹੈ ਉਹ ਬਰਡਨ ਹੈ ਕਿਸੇ ਦੇਸ਼ 'ਤੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ, ਉਹਨਾਂ ਦਾ ਕੋਈ ਕੰਟਰੀਬਿਊਸ਼ਨ ਨਹੀਂ ਹੈ, ਉਹ ਕੁਛ ਵਧੀਆ ਤਰੀਕੇ ਨਾਲ ਦੇਸ਼ ਨੂੰ ਨਹੀਂ ਦੇ ਸਕਦੇ। ਵਿਦ ਇਨ environment and subject one can clearly see the difference between literate and illiterate. Illiterate keep their surrounding dirty, whereas the literate society tend to live in healthy. Illiterate fail to differentiate between biodegradable, non-biodegradable, and use of plastic bag, pollution. So this is the way. So ਤੁਸੀਂ ਦੇਖ ਸਕਦੇ ਹੋ, ਪੜ੍ਹੇ ਲਿਖੇ ਅਤੇ ਅਨਪੜ੍ਹ ਲੋਕਾਂ ਦੀ ਗੱਲ ਕਰ ਰਿਹਾ। ਪੜ੍ਹੇ ਲਿਖੇ ਲੋਕ ਜਿਹੜੇ ਇਨਵਾਇਰਮੈਂਟ ਦੀ ਸਫਾਈ ਵੱਲ ਧਿਆਨ ਦੇਣਗੇ। ਜਿਹੜੇ ਖ਼ਤਮ ਹੋਣ ਵਾਲਾ ਪ੍ਰਦੂਸ਼ਣ ਹੈ, ਨਹੀਂ ਖ਼ਤਮ ਹੋਣ ਵਾਲਾ, ਉਹਦੇ 'ਚ ਉਹਨਾਂ ਨੂੰ ਕੋਈ ਪਤਾ ਨਹੀਂ ਹੋਏਗਾ। ਅਨਪੜ੍ਹ ਲੋਕਾਂ ਨੂੰ ਪਲਾਸਟਿਕ ਜਿਹੜੀ ਜ਼ਿਆਦਾ ਪ੍ਰਦੂਸ਼ਣ ਕ੍ਰੀਏਟ ਕਰਨਗੇ ਉਹ, ਅਤੇ ਹੋਰ ਵੀ ਗੰਦਗੀ ਫੈਲਾਉਣ ਦੇ ਵਿੱਚ ਕਾਫੀ ਅਨਪੜ੍ਹ ਲੋਕਾਂ ਦਾ ਹੱਥ ਹੋਏਗਾ। ਸੋ ਡੈਟਸ ਵਾਈ ਜੋ ਲਿਟਰੇਸੀ ਹੈ, ਜੋ ਸਾਖਰਤਾ ਬਹੁਤ ਜ਼ਰੂਰੀ ਹੈ, ਲੋਕਾਂ ਨੂੰ ਪਤਾ ਹੋਣਾ ਚਾਹੀਦਾ। So dear students, I hope this chapter is very much clear to you, and in the last we have exercise. So ਇਹ ਤੁਸੀਂ question 1 marks ਦੇ solve ਕਰਨੇ ਨੇ। ਇਹਦੇ ਵਿੱਚ ਕਾਫੀ ਇੰਪੋਰਟੈਂਟ questions ਪੇਪਰ ਦੇ ਵਿੱਚ ਆ ਸਕਦੇ ਨੇ। So thanks for watching this video. ਕਿਸ ਤਰ੍ਹਾਂ ਵੀਡੀਓ ਲੱਗਾ ਕਾਈਂਡਲੀ ਕਮੈਂਟ ਜ਼ਰੂਰ ਕਰਨਾ। We will meet soon in chapter number 3 next video tutorial, and best of luck for your exam. And ਅਗਰ ਕਿਸੇ ਨੂੰ ਵੀਡੀਓ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ, ਕਿਸੇ ਕਨਫਿਊਜ਼ਨ ਹੈ, ਯੂ ਕੈਨ ਕਮੈਂਟ, ਐਂਡ ਇਹ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਆਪਣੇ ਕਲਾਸ ਦੇ ਸਟੂਡੈਂਟਸ ਨੂੰ, ਆਪਣੇ ਨਾਲ ਦੇ ਫਰੈਂਡਸ ਨੂੰ ਸ਼ੇਅਰ ਕਰੋ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਇਸ ਵੀਡੀਓ ਦਾ ਫਾਇਦਾ ਲੈ ਸਕਣ। ਧੰਨਵਾਦ।